Go. Audio Jungle. ਅੱਜ जिस काम वास्ते ਤੁਹਾਨੂੰ ਦੁਬਾਰਾ ਯਾਦ ਕੀਤਾ ਗਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀਆਂ 2021 ਫਰਵਰੀ ਮਹੀਨੇ ਦੇ ਵਿੱਚ ਡਿਊ ਨੇ ਉਸ ਨੂੰ ਰੋਕਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਔਰ ਦਿੱਲੀ ਗੁਰਦੁਆਰਾ ਕਮੇਟੀ ਜੋ ਕਰਦੀ ਪਈ ਉਹ ਤੁਹਾਡੇ ਸਾਹਮਣੇ ਲਿਆਉਣਾ ਚਾਹੁੰਦੇ ਆ। ਜਦ ਦੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਐਕਟ ਬਣਿਆ ਹੈ 6 ਤੋਂ 7 ਇਲੈਕਸ਼ਨਾਂ ਹੋ ਚੁੱਕੀਆਂ ਨੇ। ਇੱਕ ਇਲੈਕਸ਼ਨ ਜਿਹੜੀ ਸਭ ਤੋਂ ਪਹਿਲੇ 1975 ਚ ਹੋਈ ਸੀ 4 ਸਾਲ ਦੀ ਟਰਮ ਹੈ ਉਹ 79 ਦੇ ਵਿੱਚ ਹੋਈ ਸੀ ਔਰ ਦੂਜੀ ਇਲੈਕਸ਼ਨ ਜਦੋਂ ਮੈਂ ਪ੍ਰਧਾਨ ਸੀ 2013 ਚ ਦਿੱਲੀ ਦੀ ਸੰਗਤ ਨੇ ਮੈਨੂੰ ਅਸ਼ੀਰਵਾਦ ਦਿੱਤਾ ਸੀ ਤੇ 2017 ਚ ਪੂਰੇ 4 ਸਾਲ ਬਾਅਦ ਹੋਈ ਸੀ। ਅੱਜ 17 ਤੋਂ ਬਾਅਦ 21 ਫਰਵਰੀ ਦੇ ਵਿੱਚ ਜਿਹੜੀ ਇਲੈਕਸ਼ਨ ਹੋਣੀ ਹੈ ਉਸ ਨੂੰ ਰੋਕਣ ਦੀ ਕੋਸ਼ਿਸ਼ ਹਰ ਹੀਲਾ ਜੋਰਾ ਜਿਹੜਾ ਹੈ ਉਹ ਸਰ ਮਨਜਿੰਦਰ ਸਿੰਘ ਸਿਰਸਾ ਸਰ ਹਰਮੀਤ ਸਿੰਘ ਕਾਲਕਾ ਸੁਖਬੀਰ ਸਿੰਘ ਬਾਦਲ ਦੀ ਇਨਸਟਰਕਸ਼ਨਸ ਤੇ ਦੇ ਰਹੇ ਨੇ। ਪਿਛਲੇ ਸਾਲ 24 ਅਕਤੂਬਰ ਦਾ ਮੇਰਾ ਖਿਆਲ ਡੇਟ ਇੱਕ ਬਹੁਤ ਵੱਡੀ ਮੀਟਿੰਗ ਸੁਖਬੀਰ ਸਿੰਘ ਬਾਦਲ ਨੇ ਬੁਲਾਈ ਸੀ। ਦਿੱਲੀ ਦੇ ਮੋਹਤਬਰ ਸੱਜਣ ਬੁਲਾਏ ਸੀ ਤੇ 15 ਬੰਦੇ ਨਹੀਂ ਪਹੁੰਚੇ ਸੀ ਉਸ ਮੀਟਿੰਗ 'ਚ। ਉਸ ਮੀਟਿੰਗ ਦੇ ਵਿੱਚ ਸਿਰਸੇ ਨੂੰ ਹਦਾਇਤ ਦਿੱਤੀ ਗਈ ਸੀ ਵੀ ਕਿਸੇ ਵੀ ਤਰੀਕੇ ਇਹ ਇਲੈਕਸ਼ਨ ਜਿਹੜੀਆਂ ਨੇ ਇਹ ਲੇਟ ਹੋਣੀਆਂ ਚਾਹੀਦੀਆਂ ਨੇ। 2022 ਤੋਂ ਪਹਿਲੇ ਇਲੈਕਸ਼ਨ ਨਹੀਂ ਹੋਣੀਆਂ ਚਾਹੀਦੀਆਂ। ਇਹਨਾਂ ਨੂੰ ਲੱਗਦਾ ਹੈ ਕਿ 2022 ਚ ਇਹਨਾਂ ਦੀ ਸਰਕਾਰ ਆਈ ਪਈ ਹੈ। ਅਕਾਲੀ ਦਲ ਦਾ ਹਾਲ ਇਹ ਹੈ ਕਿ 2014 ਚ ਪਹਿਲੇ ਤੁਸੀਂ ਐਮਪੀ ਇਲੈਕਸ਼ਨ 'ਚ ਇੱਥੋਂ ਜੇਟਲੀ ਸਾਹਿਬ ਨੂੰ ਜਾ ਕੇ ਹਰਵਾ ਲਿਆ ਔਰ ਆਪਣੇ ਵੱਡੇ ਦਿੱਗਜ ਹਰਵਾ ਲਏ। 2017 ਚ ਵਿਧਾਨ ਸਭਾ ਦੀਆਂ ਚੋਣਾਂ ਆਈਆਂ ਪੰਜਾਬ ਤੁਸੀਂ ਤੀਜੇ ਨੰਬਰ ਤੇ ਗਏ। 2019 ਦੇ ਵਿੱਚ ਫਿਰ ਚੁਣਾਵ ਆਏ ਐਮਪੀ ਦੇ ਉੱਥੇ ਤੁਸੀਂ ਸਿਰਫ ਮੀਆਂ ਬੀਵੀ ਜਿੱਤਦੇ ਹੋ 10 ਸੀਟਾਂ ਦੇ ਵਿੱਚੋਂ 10 ਸੀਟਾਂ ਤੁਹਾਡੀਆਂ ਸੀ 3 ਬੀਜੇਪੀ ਸੀ। ਟੋਟਲ 13 ਸੀਟਾਂ ਪੰਜਾਬ ਦੀਆਂ। ਬੀਜੇਪੀ 3 ਚੋਂ 2 ਚ ਜਿੱਤੀ ਹੈ ਅਕਾਲੀ ਦਲ 10 ਚੋਂ 2 ਚ ਜਿੱਤੇ ਹੈ ਤੇ ਅੰਦਰੋਂ ਇਹਨਾਂ ਨੂੰ ਚਾਨਣਾ ਹੈਗਾ ਕਿ ਜਿਹੜੀ ਵੀ ਇਲੈਕਸ਼ਨ ਹੋਈ ਉਹ ਬੜੀ ਡਿਟਰਮੈਂਟਲ ਹੋਏਗੀ। ਅੱਜ ਸਿਚੁਏਸ਼ਨ ਇਹ ਹੈ ਦਿੱਲੀ ਦੀ ਇਲੈਕਸ਼ਨ ਹੈ, ਧਿਆਨ ਨਾਲ ਸੁਣਿਓ। ਦਿੱਲੀ ਦੀ ਇਲੈਕਸ਼ਨ ਜਿਹੜੀ ਹੈ ਬੜੀ ਅਹਿਮ ਹੈ ਅਕਾਲੀ ਦਲ ਦੇ ਭਵਿੱਖ ਵਾਸਤੇ। ਦਿੱਲੀ ਦੀ ਇਲੈਕਸ਼ਨ ਜਿਹੜੀ ਹੈ ਉਹ ਫੈਸਲਾ ਕਰ ਦੇਗੀ ਕਿ ਕਿਸ ਤਰੀਕੇ ਨਾਲ ਅਗਲੀਆਂ ਇਲੈਕਸ਼ਨਾਂ ਹੋਣੀਆਂ ਔਰ ਇਸ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਰੋਕਣ ਵਾਸਤੇ ਜਦੋਂ ਮੀਟਿੰਗ ਹੁੰਦੀ ਹੈ ਮੰਤਰੀ ਸਾਹਿਬ ਮੀਟਿੰਗ ਕਰਦੇ ਨੇ, ਦਿੱਲੀ ਦਾ ਇਲੈਕਸ਼ਨ ਡਾਇਰੈਕਟਰ ਸਾਹਿਬ ਉਹ ਮੀਟਿੰਗ ਲੈਂਦੇ ਨੇ। ਉਹਨਾਂ ਨੇ ਆਖਿਆ ਸੀ ਐਮਐਲਏ ਦੀ ਲਿਸਟਾਂ ਚੋਂ ਲੈ ਲਾਂਗੇ, ਇਹਨਾਂ ਨੇ ਉਸ ਤੇ ਆਬਜੈਕਸ਼ਨ ਕੀਤਾ। ਉਹਨਾਂ ਨੇ ਆਨਲਾਈਨ ਦਾ ਕੰਮ ਸ਼ੁਰੂ ਕੀਤਾ, ਇਹਨਾਂ ਨੇ ਉਸ ਤੇ ਆਬਜੈਕਸ਼ਨ ਕੀਤਾ। ਅਖੀਰ ਜਦੋਂ ਨਹੀਂ ਰੋਕ ਸਕੇ ਤੇ ਹਾਈ ਕੋਰਟ ਮੂਵ ਕਰ ਗਏ। ਇਹ ਲਾਸਟ ਵੀਕ ਹਾਈ ਕੋਰਟ ਗਏ ਔਰ ਹਾਈ ਕੋਰਟ ਸਿੰਗਲ ਬੈਂਚ ਦੇ ਬਹੁਤ ਕਲੀਅਰ ਮੈਸੇਜ ਦੇ ਦਿੱਤਾ, ਜਜਮੈਂਟ ਦੇ ਦਿੱਤੀ ਕਿ ਇਹ ਇਲੈਕਸ਼ਨ ਨਹੀਂ ਰੁਕ ਸਕਦੀ, ਪ੍ਰੋਸੈਸ ਚਾਲੂ ਹੋਣਾ ਚਾਹੀਦਾ ਹੈ ਔਰ ਜਿਹੜੀ ਇਲੈਕਸ਼ਨ 2025 ਦੇ ਵਿੱਚ ਆਏਗੀ ਦਿੱਲੀ ਗੁਰਦੁਆਰਾ ਕਮੇਟੀ ਦੀ ਉਸ ਦੇ ਵਿੱਚ ਤੁਸੀਂ ਨਵੀਆਂ ਵੋਟਾਂ ਸਕ੍ਰੈਪ ਕਰਕੇ ਬਣਾ ਲੈਣਾ ਕਿਉਂਕਿ ਅੱਜ ਕੋਵਿਡ ਦਾ ਮਾਹੌਲ ਹੈ। ਅੱਜ ਨਵੀਆਂ ਸਕ੍ਰੈਪ ਕਰਕੇ ਲਿਸਟਾਂ ਬਣਾਉਣ ਦਾ ਮਤਲਬ ਹੈ 2 ਸਾਲ ਇਲੈਕਸ਼ਨ ਨਾ ਹੋਵੇ। ਕੋਈ ਦਰਵਾਜ਼ਾ ਨਹੀਂ ਖੋਲਦਾ, ਮੂੰਹ ਤੇ ਮਾਸਕ ਪਾਏ ਨੇ, ਤੁਸੀਂ ਕਿਸੇ ਦੇ ਘਰ ਜਾ ਨਹੀਂ ਸਕਦੇ, ਕੋਈ ਅੰਦਰ ਵੜਨ ਨਹੀਂ ਦੇਗਾ ਤੁਹਾਨੂੰ। ਫੋਟੋ ਕਿੱਥੋਂ ਦੀ ਲਓਗੇ, ਕਿਹਦੀ ਲਓਗੇ? ਇਸ ਕਰਕੇ ਡਿਲੀਸ਼ਨ ਕਰਾਂਗੇ। ਆਨਲਾਈਨ ਲਿਸਟ ਅਸੀਂ VOTING 18 ਸਾਲ ਦੇ ਬੱਚੇ ਜਿਹੜੇ 2021 ਦੀ ਜਨਵਰੀ ਤੱਕ ਹੋ ਜਾਣਗੇ ਉਹਨਾਂ ਨੂੰ ਐਨਰੋਲ ਕਰਾਂਗੇ, ਫਿਰ ਵੈਰੀਫਾਈ ਕਰਨ ਵਾਸਤੇ ਘਰ ਜਾਵਾਂਗੇ। ਮੈਂ ਸਮਝਦਾ ਕਿ ਇਸ ਪ੍ਰੋਸੈਸ ਨੂੰ ਰੋਕਣ ਵਾਸਤੇ ਹਾਈ ਕੋਰਟ 'ਚ ਗਏ, ਸਿੰਗਲ ਬੈਂਚ ਤੋਂ ਹਾਰੇ। ਅੱਜ ਫਿਰ ਇਹਨਾਂ ਨੇ ਕੱਲ ਦੁਬਾਰਾ ਪਟੀਸ਼ਨ ਪਾਈ ਹਰਮੀਤ ਸਿੰਘ ਕਾਲਕਾ ਨੇ ਅਕਾਲੀ ਦਲ ਵੱਲੋਂ ਔਰ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ। ਉਹ ਅੱਜ ਚੀਫ ਜਸਟਿਸ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਤੇ ਲੱਗੀ ਸੀਗੀ ਔਰ ਉਹਨਾਂ ਨੇ ਉਸ ਦੇ ਉੱਤੇ 28 ਨਵੰਬਰ ਦੀ ਡੇਟ ਪਾਈ ਔਰ ਇਹਨਾਂ ਦੇ ਵਕੀਲਾਂ ਨੇ ਖੱਪ ਪਾਈ ਕਿ ਸਟੇ ਦਿੱਤਾ ਜਾਵੇ, ਇਲੈਕਸ਼ਨ ਪ੍ਰੋਸੈਸ ਰੋਕਿਆ ਜਾਵੇ। ਜੱਜ ਸਾਹਿਬ ਨੇ ਮਨਾ ਕਰ ਦਿੱਤਾ ਕਿ ਇਲੈਕਸ਼ਨ ਪ੍ਰੋਸੈਸ ਨਹੀਂ ਰੁਕੇਗਾ। ਹੁਣ ਇਹਨਾਂ ਦੀ ਪ੍ਰੋਬਲਮ ਇਹ ਹੈ ਕਿ ਇਹ ਸੁਪਰੀਮ ਕੋਰਟ ਵੀ ਨਹੀਂ ਜਾ ਸਕਦੇ ਕਿਉਂਕਿ ਮਾਮਲਾ ਪੈਂਡਿੰਗ ਹੈ। ਮੇਰੇ ਸਵਾਲ ਨੇ SGPC ਦੀ ਇਲੈਕਸ਼ਨ ਜਿਹੜੀ 5 ਸਾਲ ਤੋਂ ਤੁਸੀਂ ਸੈਂਟਰ ਸਰਕਾਰ ਤੋਂ ਰੁਕਵਾਈ ਸੀ, ਅੱਜ ਸੈਂਟਰ ਸਰਕਾਰ ਨੇ ਉੱਥੇ ਸਰਾਓ ਸਾਹਿਬ ਨੂੰ ਜੱਜ ਸਾਹਿਬ ਨੂੰ ਲਾ ਦਿੱਤਾ। SGPC ਦੀ ਇਲੈਕਸ਼ਨ ਵੀ ਅਗਲੇ 8 ਮਹੀਨਿਆਂ 7 ਮਹੀਨਿਆਂ ਜਾਂ 10 ਮਹੀਨਿਆਂ 'ਚ ਹੋਣੀ ਹੈ। ਜੇ ਦਿੱਲੀ ਤੋਂ ਹਾਰਦੇ ਆ ਤੇ SGPC ਵੀ ਹਾਰਦੇ ਆ। ਜੇ SGPC ਹਾਰਦੇ ਆ ਤੇ ਫਿਰ ਇਹ ਵਿਧਾਨ ਸਭਾ ਜਿਹੜੀ 2019 ਚ ਜਿੱਤੀ, ਇਹਨਾਂ ਨੇ 2017 ਚ ਹਾਰੇ ਸੀਗੇ, 2022 ਚ ਬੁਰੀ ਤਰ੍ਹਾਂ ਹਾਰਨਗੇ। ਮੈਂ ਸਮਝਦਾ, ਮੇਰੇ ਸਵਾਲ ਨੇ ਇਹ ਇਲੈਕਸ਼ਨ ਪ੍ਰੋਸੈਸ ਤੁਸੀਂ ਕਿਉਂ ਰੋਕ ਰਹੇ ਹੋ?
2013 ਚ ਜਦੋਂ ਅਕਾਲੀ ਦਲ ਜਿੱਤਦਾ, ਮੈਂ ਪ੍ਰਧਾਨ ਸੀ ਤਾਂ ਤਦ ਵੀ ਇਹੀ ਵੋਟਰ ਲਿਸਟਾਂ ਸੀਗੀਆਂ, ਐਡੀਸ਼ਨ ਡਿਲੀਸ਼ਨ ਹੋਈਆਂ ਸੀਗੀਆਂ, ਨਵੀਆਂ ਕੁਝ ਬਣੀਆਂ ਸੀਗੀਆਂ। 2017 ਦੀਆਂ ਚੋਣਾਂ ਵੀ ਇਹਨਾਂ ਇਲੈਕਸ਼ਨਸ ਦੀ ਵੋਟਰ ਲਿਸਟਾਂ ਤੇ ਹੋਈਆਂ ਸੀ। ਅੱਜ ਮਜਬੂਰੀ ਹੈ ਕੋਵਿਡ ਦੀ, ਤੁਸੀਂ ਕਿਉਂ ਬਹਾਨਾ ਮਾਰ ਰਹੇ ਹੋ? ਔਰ ਸਭ ਤੋਂ ਵੱਡੀ ਗੱਲ, ਤੁਸੀਂ ਤਕਰੀਬਨ 20 ਲੱਖ ਰੁਪਇਆ ਆਪਣੇ ਸੀਨੀਅਰ ਐਡਵੋਕੇਟਸ ਨੂੰ ਦੇ ਚੁੱਕੇ ਹੋ ਸਿਰਫ ਇਸ ਕੇਸ ਵਾਸਤੇ। ਇਹ ਦਿਓ ਨਾ ਤੁਸੀਂ ਅਕਾਲੀ ਦਲ ਦੇ ਖਾਤੇ ਚੋਂ। ਗੁਰਦੁਆਰਾ ਕਮੇਟੀ ਕਿਉਂ ਪੇ ਕਰੇ ਵਕੀਲਾਂ ਨੂੰ? ਮੈਂ ਸਮਝਦਾ ਕਿ ਇਹ ਪੋਲੀਟੀਕਲ ਰੀਜ਼ਨ ਕਰਕੇ, ਔਰ ਜਿਸ ਤਰੀਕੇ ਨਾਲ ਸਕੂਲਾਂ ਦੇ ਹਾਲਾਤ ਕਰ ਦਿੱਤੇ ਨੇ, ਟੀਚਰਾਂ ਨੂੰ ਤਨਖਾਹਾਂ ਦੇਣ ਜੋਗੇ ਪੈਸੇ ਨਹੀਂ, ਔਰ 20 ਲੱਖ ਤੁਸੀਂ ਵਕੀਲਾਂ ਨੂੰ ਦਿੰਦੇ ਪਏ ਹੋ ਕੋਰਟ ਦੇ ਵਿੱਚ ਜਾ ਕੇ ਆਪਣੇ ਮੁਕੱਦਮੇ ਲੜਨ ਵਾਸਤੇ। ਮੈਂ ਸਮਝਦਾ ਵਾਂ ਕਿ ਇਹ ਬਹੁਤ ਵੱਡਾ ਧਰੋਹ ਦਿੱਲੀ ਦੀ ਸੰਗਤ ਨਾਲ ਕਮਾ ਰਹੇ ਨੇ। ਤੁਸੀਂ ਜੋ ਮਰਜ਼ੀ ਕਰ ਲਓ, ਲੋਕੀ ਤੁਹਾਨੂੰ ਇਸ ਵਾਰੀ ਬਾਹਰ ਦਾ ਰਸਤਾ ਦਿਖਾਣਗੇ ਔਰ ਇੱਥੋਂ ਦੀ ਪਤਨ ਸ਼ੁਰੂ ਹੋਏਗਾ, ਤੁਹਾਡਾ ਪੰਜਾਬ ਤੱਕ ਜਾਏਗਾ। सर क्या दिल्ली सरकार और जो चुनाव आयोग ਵਾਲੀ ਦਿੱਤੀਆਂ ਹੋਈਆਂ, ਮੈਂ ਸਮਝਦਾ ਕਿ ਉਹਨਾਂ ਦੀ ਗੱਲ ਛੱਡੋ, ਕਾਲਜਾਂ ਦੇ ਵਿੱਚ ਚਲੇ ਜਾਓ, ਜਿਹੜਾ 5% ਸ਼ੇਅਰ ਬਣਦਾ ਡੀਜੀਪੀਸੀ ਦਾ ਉਹ ਨਹੀਂ ਤੁਸੀਂ ਦੇ ਪਾ ਰਹੇ। ਸੋ ਬੜਾ ਬੁਰਾ ਹਾਲ ਹੈ। ਲੇਕਿਨ ਇਹਨਾਂ ਦੇ ਕੰਮਾਂ ਵਾਸਤੇ ਇਹ ਗੁਰਦੁਆਰਾ ਕਮੇਟੀ ਦੀ ਗੋਲਕ ਪੂਰੀ ਵਰਤਦੇ ਪਏ ਨੇ ਆਪਣੇ ਸੋਸ਼ਲ ਮੀਡੀਆ ਲਈ, ਜਾਂ ਕੋਰਟ ਕਚਹਿਰੀ ਕਰਨ ਵਾਸਤੇ, ਜਾਂ ਹੋਰ ਆਪਣੇ ਐਸ਼ੋ ਆਰਾਮ ਲਈ ਇਹ ਸਾਰੀ ਗੋਲਕ ਵਰਤ ਰਹੇ ਨੇ। ਜੀਕੇ ਸਾਹਿਬ, ਇੱਕ ਜਿਹੜਾ ਖੂਹ ਇਹਨਾਂ ਨੇ ਕਾਫੀ ਟਾਈਮ ਤੋਂ ਲੁਕਾ ਰੱਖਿਆ ਸੀ, ਇਤਿਹਾਸਕ ਖੂਹ ਨੂੰ, ਅੱਜ ਇਹ ਤੋੜਨ ਜਾ ਰਹੇ ਸੀ, ਕਾਫੀ ਦਿਨ ਤੋਂ ਰੌਲਾ ਪੈ ਰਿਹਾ ਸੀ, ਉਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ? ਕਿਹੜੇ ਵਾਲੀ ਜਗ੍ਹਾ? ਜਿਹੜਾ ਰਕਾਬਗੰਜ ਸਾਹਿਬ ਦਾ, ਹਾਂਜੀ, ਜਿਹੜਾ ਰਕਾਬਗੰਜ ਸਾਹਿਬ ਜੋੜਾ ਘਰ ਪਿੱਛੇ ਇਤਿਹਾਸਕ ਖੂਹ ਰੱਖਿਆ ਗਿਆ ਸੀਗਾ, ਉਹਨੂੰ ਲੁਕਾ ਕੇ ਰੱਖਿਆ ਸੀ, ਤੇ ਹੁਣ ਜਦੋਂ ਤੋੜਨ ਜਾ ਰਹੇ ਸੀ ਤਾਂ ਕੁਝ ਸਿੰਘਾਂ ਨੇ ਉੱਥੇ ਮੋਰਚਾ ਲਾਣਾ ਸ਼ੁਰੂ ਕਰਤਾ, ਜਿਹਦੇ ਕਰਕੇ ਰੋਕ ਲੱਗ ਗਈ। ਮੈਂ ਸਮਝਦਾ ਕਿ ਜਿਹੜਾ ਖੂਹ ਉਹ ਜੇ ਪੁਰਾਤਨ ਉਸ ਨੂੰ ਕਿਹਾ ਜਾਂਦਾ ਹੈ, ਤੇ ਉਹ ਹੈਰੀਟੇਜ ਨੂੰ ਖਤਮ ਕਰਨ ਦਾ ਕੋਈ ਮਤਲਬ ਨਹੀਂ ਹੈਗਾ। ਔਰ ਮੈਂ ਸਮਝਦਾ ਕਿ ਅਗਰ ਇਹ ਕਰ ਰਹੇ ਨੇ ਤੇ ਗਲਤ ਕਰ ਰਹੇ ਨੇ। ਮੇਰੇ ਨੋਟਿਸ ਚਾਰਜ ਤੁਸੀਂ ਲਿਆਂਦਾ, ਮੈਂ ਇਸ ਨੂੰ ਜ਼ਰੂਰ ਚੈੱਕ ਕਰਾਂਗਾ, ਕਿਉਂਕਿ ਮੈਂ ਕਵਰ ਕਰਕੇ ਇਹ ਚੋਂ ਕੱਢ ਦਵਾਂ ਬਾਹਰ। नहीं वो ठीक है। ਅੱਜ ਜਿਸ ਕੰਮ ਵਾਸਤੇ ਤੁਹਾਨੂੰ ਦੁਬਾਰਾ ਯਾਦ ਕੀਤਾ ਗਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀਆਂ 2021 ਫਰਵਰੀ ਮਹੀਨੇ ਦੇ ਵਿੱਚ ਡਿਊ ਨੇ, ਉਸ ਨੂੰ ਰੋਕਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਔਰ ਦਿੱਲੀ ਗੁਰਦੁਆਰਾ ਕਮੇਟੀ ਜੋ ਕਰਦੀ ਪਈ ਉਹ ਤੁਹਾਡੇ ਸਾਹਮਣੇ ਲਿਆਉਣਾ ਚਾਹੁੰਦੇ ਆ। ਜਦ ਦੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਐਕਟ ਬਣਿਆ ਹੈ, 6 ਤੋਂ 7 ਇਲੈਕਸ਼ਨਾਂ ਹੋ ਚੁੱਕੀਆਂ ਨੇ। ਇੱਕ ਇਲੈਕਸ਼ਨ ਜਿਹੜੀ ਸਭ ਤੋਂ ਪਹਿਲੇ 1975 ਚ ਹੋਈ ਸੀ, 4 ਸਾਲ ਦੀ ਟਰਮ ਹੈ, ਉਹ 79 ਦੇ ਵਿੱਚ ਹੋਈ ਸੀ। ਔਰ ਦੂਜੀ ਇਲੈਕਸ਼ਨ ਜਦੋਂ ਮੈਂ ਪ੍ਰਧਾਨ ਸੀ 2013 ਚ ਦਿੱਲੀ ਦੀ ਸੰਗਤ ਨੇ ਮੈਨੂੰ ਆਸ਼ੀਰਵਾਦ ਦਿੱਤਾ ਸੀ, ਤੇ 2017 ਚ ਪੂਰੇ 4 ਸਾਲ ਬਾਅਦ ਹੋਈ ਸੀ। ਅੱਜ 17 ਤੋਂ ਬਾਅਦ 21 ਫਰਵਰੀ ਦੇ ਵਿੱਚ ਜਿਹੜੀ ਇਲੈਕਸ਼ਨ ਹੋਣੀ ਹੈ, ਉਸ ਨੂੰ ਰੋਕਣ ਦੀ ਕੋਸ਼ਿਸ਼ ਹਰ ਹੀਲਾ ਜੋਰਾ ਜਿਹੜਾ ਹੈ ਉਹ ਸਰ ਮਨਜਿੰਦਰ ਸਿੰਘ ਸਿਰਸਾ, ਸਰ ਹਰਮੀਤ ਸਿੰਘ ਕਾਲਕਾ, ਸੁਖਬੀਰ ਸਿੰਘ ਬਾਦਲ ਦੀ ਇਨਸਟਰਕਸ਼ਨਸ ਤੇ ਦੇ ਰਹੇ ਨੇ। ਪਿਛਲੇ ਸਾਲ 24 ਅਕਤੂਬਰ ਦਾ ਮੇਰਾ ਖਿਆਲ ਡੇਟ, ਇੱਕ ਬਹੁਤ ਵੱਡੀ ਮੀਟਿੰਗ ਸੁਖਬੀਰ ਸਿੰਘ ਬਾਦਲ ਨੇ ਬੁਲਾਈ ਸੀ, ਦਿੱਲੀ ਦੇ ਮੋਹਤਬਰ ਸੱਜਣ ਬੁਲਾਏ ਸੀ, ਤੇ 15 ਬੰਦੇ ਨਹੀਂ ਪਹੁੰਚੇ ਸੀ ਉਸ ਮੀਟਿੰਗ 'ਚ। ਉਸ ਮੀਟਿੰਗ ਦੇ ਵਿੱਚ ਸਿਰਸੇ ਨੂੰ ਹਦਾਇਤ ਦਿੱਤੀ ਗਈ ਸੀ ਵੀ ਕਿਸੇ ਵੀ ਤਰੀਕੇ ਇਹ ਇਲੈਕਸ਼ਨ ਜਿਹੜੀਆਂ ਨੇ ਇਹ ਲੇਟ ਹੋਣੀਆਂ ਚਾਹੀਦੀਆਂ ਨੇ, 2022 ਤੋਂ ਪਹਿਲੇ ਇਲੈਕਸ਼ਨ ਨਹੀਂ ਹੋਣੀਆਂ ਚਾਹੀਦੀਆਂ। ਇਹਨਾਂ ਨੂੰ ਲੱਗਦਾ ਕਿ 2022 ਚ ਇਹਨਾਂ ਦੀ ਸਰਕਾਰ ਆਈ ਪਈ ਹੈ। ਅਕਾਲੀ ਦਲ ਦਾ ਹਾਲ ਇਹ ਹੈ ਕਿ 2014 ਚ ਪਹਿਲੇ ਤੁਸੀਂ ਐਮਪੀ ਇਲੈਕਸ਼ਨ 'ਚ ਇੱਥੋਂ ਜੇਟਲੀ ਸਾਹਿਬ ਨੂੰ ਜਾ ਕੇ ਹਰਵਾ ਲਿਆ ਔਰ ਆਪਣੇ ਵੱਡੇ ਵੱਡੇ ਦਿੱਗਜ ਹਰਵਾ ਲਏ। 2017 ਚ ਵਿਧਾਨ ਸਭਾ ਦੀਆਂ ਚੋਣਾਂ ਆਈਆਂ, ਪੰਜਾਬ 'ਚ ਤੁਸੀਂ ਤੀਜੇ ਨੰਬਰ ਤੇ ਗਏ। 2019 ਦੇ ਵਿੱਚ ਫਿਰ ਚੁਣਾਵ ਆਏ ਐਮਪੀ ਦੇ, ਉੱਥੇ ਤੁਸੀਂ ਸਿਰਫ ਮੀਆਂ ਬੀਵੀ ਜਿੱਤਦੇ ਹੋ 10 ਸੀਟਾਂ ਦੇ ਵਿੱਚ। 10 ਸੀਟਾਂ ਤੁਹਾਡੀਆਂ ਸੀ, 3 ਬੀਜੇਪੀ ਸੀ, ਟੋਟਲ 13 ਸੀਟਾਂ ਪੰਜਾਬ ਦੀਆਂ। ਬੀਜੇਪੀ 3 ਚੋਂ 2 ਚ ਜਿੱਤੀ ਹੈ, ਅਕਾਲੀ ਦਲ 10 ਚੋਂ 2 ਚ ਜਿੱਤੇ ਹੈ। ਤੇ ਅੰਦਰੋਂ ਇਹਨਾਂ ਨੂੰ ਚਾਨਣਾ ਹੈਗਾ ਕਿ ਜਿਹੜੀ ਵੀ ਇਲੈਕਸ਼ਨ ਹੋਈ ਉਹ ਬੜੀ ਡਿਟਰਮੈਂਟਲ ਹੋਏਗੀ। ਅੱਜ ਸਿਚੁਏਸ਼ਨ ਇਹ ਹੈ, ਦਿੱਲੀ ਦੀ ਇਲੈਕਸ਼ਨ ਹੈ, ਧਿਆਨ ਨਾਲ ਸੁਣਿਓ, ਦਿੱਲੀ ਦੀ ਇਲੈਕਸ਼ਨ ਜਿਹੜੀ ਹੈ ਬੜੀ ਅਹਿਮ ਹੈ ਅਕਾਲੀ ਦਲ ਦੇ ਭਵਿੱਖ ਵਾਸਤੇ। ਦਿੱਲੀ ਦੀ ਇਲੈਕਸ਼ਨ ਜਿਹੜੀ ਹੈ ਉਹ ਫੈਸਲਾ ਕਰ ਦੇਗੀ ਕਿ ਕਿਸ ਤਰੀਕੇ ਨਾਲ ਅਗਲੀਆਂ ਇਲੈਕਸ਼ਨਾਂ ਹੋਣੀਆਂ। ਔਰ ਇਸ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਰੋਕਣ ਵਾਸਤੇ ਜਦੋਂ ਮੀਟਿੰਗ ਹੁੰਦੀ ਹੈ, ਮੰਤਰੀ ਸਾਹਿਬ ਮੀਟਿੰਗ ਕਰਦੇ ਨੇ, ਦਿੱਲੀ ਦਾ ਇਲੈਕਸ਼ਨ ਡਾਇਰੈਕਟਰ ਸਾਹਿਬ ਉਹ ਮੀਟਿੰਗ ਲੈਂਦੇ ਨੇ। ਉਹਨਾਂ ਨੇ ਆਖਿਆ ਸੀ ਐਮਐਲਏ ਦੀ ਲਿਸਟਾਂ ਚੋਂ ਲੈ ਲਾਂਗੇ, ਇਹਨਾਂ ਨੇ ਉਸ ਤੇ ਆਬਜੈਕਸ਼ਨ ਕੀਤਾ। ਉਹਨਾਂ ਨੇ ਆਨਲਾਈਨ ਦਾ ਕੰਮ ਸ਼ੁਰੂ ਕੀਤਾ, ਇਹਨਾਂ ਨੇ ਉਸ ਤੇ ਆਬਜੈਕਸ਼ਨ ਕੀਤਾ। ਅਖੀਰ ਜਦੋਂ ਨਹੀਂ ਰੋਕ ਸਕੇ ਤੇ ਹਾਈ ਕੋਰਟ ਮੂਵ ਕਰ ਗਏ।
ਇਹ ਲਾਸਟ ਵੀਕ ਹਾਈ ਕੋਰਟ ਗਏ ਔਰ ਹਾਈ ਕੋਰਟ ਸਿੰਗਲ ਬੈਂਚ ਦੇ ਬਹੁਤ ਕਲੀਅਰ ਮੈਸੇਜ ਦੇ ਦਿੱਤਾ, ਜਜਮੈਂਟ ਦੇ ਦਿੱਤੀ ਕਿ ਇਹ ਇਲੈਕਸ਼ਨ ਨਹੀਂ ਰੁਕ ਸਕਦੀ, ਪ੍ਰੋਸੈਸ ਚਾਲੂ ਹੋਣਾ ਚਾਹੀਦਾ ਹੈ। ਔਰ ਜਿਹੜੀ ਇਲੈਕਸ਼ਨ 2025 ਦੇ ਵਿੱਚ ਆਏਗੀ ਦਿੱਲੀ ਗੁਰਦੁਆਰਾ ਕਮੇਟੀ ਦੀ, ਉਸ ਦੇ ਵਿੱਚ ਤੁਸੀਂ ਨਵੀਆਂ ਵੋਟਾਂ ਸਕ੍ਰੈਪ ਕਰਕੇ ਬਣਾ ਲੈਣਾ, ਕਿਉਂਕਿ ਅੱਜ ਕੋਵਿਡ ਦਾ ਮਾਹੌਲ ਹੈ। ਅੱਜ ਨਵੀਆਂ ਸਕ੍ਰੈਪ ਕਰਕੇ ਲਿਸਟਾਂ ਬਣਾਉਣ ਦਾ ਮਤਲਬ ਹੈ 2 ਸਾਲ ਇਲੈਕਸ਼ਨ ਨਾ ਹੋਵੇ। ਕੋਈ ਦਰਵਾਜ਼ਾ ਨਹੀਂ ਖੋਲਦਾ, ਮੂੰਹ ਤੇ ਮਾਸਕ ਪਾਏ ਨੇ, ਤੁਸੀਂ ਕਿਸੇ ਦੇ ਘਰ ਜਾ ਨਹੀਂ ਸਕਦੇ, ਕੋਈ ਅੰਦਰ ਵੜਨ ਨਹੀਂ ਦੇਗਾ ਤੁਹਾਨੂੰ, ਫੋਟੋ ਕਿੱਥੋਂ ਦੀ ਲਓਗੇ, ਕਿਹਦੀ ਲਓਗੇ। ਇਸ ਕਰਕੇ ਡਿਲੀਸ਼ਨ ਕਰਾਂਗੇ, ਆਨਲਾਈਨ ਲਿਸਟ ਅਸੀਂ VOTING 18 ਸਾਲ ਦੇ ਬੱਚੇ ਜਿਹੜੇ 2021 ਦੀ ਜਨਵਰੀ ਤੱਕ ਹੋ ਜਾਣਗੇ ਉਹਨਾਂ ਨੂੰ ਐਨਰੋਲ ਕਰਾਂਗੇ, ਫਿਰ ਵੈਰੀਫਾਈ ਕਰਨ ਵਾਸਤੇ ਘਰ ਜਾਵਾਂਗੇ। ਮੈਂ ਸਮਝਦਾ ਕਿ ਇਸ ਪ੍ਰੋਸੈਸ ਨੂੰ ਰੋਕਣ ਵਾਸਤੇ ਹਾਈ ਕੋਰਟ 'ਚ ਗਏ, ਸਿੰਗਲ ਬੈਂਚ ਤੋਂ ਹਾਰੇ। ਅੱਜ ਫਿਰ ਇਹਨਾਂ ਨੇ ਕੱਲ ਦੁਬਾਰਾ ਪਟੀਸ਼ਨ ਪਾਈ ਹਰਮੀਤ ਸਿੰਘ ਕਾਲਕਾ ਨੇ ਅਕਾਲੀ ਦਲ ਵੱਲੋਂ ਔਰ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ। ਉਹ ਅੱਜ ਚੀਫ ਜਸਟਿਸ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਤੇ ਲੱਗੀ ਸੀਗੀ ਔਰ ਉਹਨਾਂ ਨੇ ਉਸ ਦੇ ਉੱਤੇ 28 ਨਵੰਬਰ ਦੀ ਡੇਟ ਪਾਈ ਔਰ ਇਹਨਾਂ ਦੇ ਵਕੀਲਾਂ ਨੇ ਖੱਪ ਪਾਈ ਕਿ ਸਟੇ ਦਿੱਤਾ ਜਾਵੇ, ਇਲੈਕਸ਼ਨ ਪ੍ਰੋਸੈਸ ਰੋਕਿਆ ਜਾਵੇ। ਜੱਜ ਸਾਹਿਬ ਨੇ ਮਨਾ ਕਰ ਦਿੱਤਾ ਕਿ ਇਲੈਕਸ਼ਨ ਪ੍ਰੋਸੈਸ ਨਹੀਂ ਰੁਕੇਗਾ। ਹੁਣ ਇਹਨਾਂ ਦੀ ਪ੍ਰੋਬਲਮ ਇਹ ਹੈ ਕਿ ਇਹ ਸੁਪਰੀਮ ਕੋਰਟ ਵੀ ਨਹੀਂ ਜਾ ਸਕਦੇ ਕਿਉਂਕਿ ਮਾਮਲਾ ਪੈਂਡਿੰਗ ਹੈ। ਮੇਰੇ ਸਵਾਲ ਨੇ SGPC ਦੀ ਇਲੈਕਸ਼ਨ ਜਿਹੜੀ 5 ਸਾਲ ਤੋਂ ਤੁਸੀਂ ਸੈਂਟਰ ਸਰਕਾਰ ਤੋਂ ਰੁਕਵਾਈ ਸੀ, ਅੱਜ ਸੈਂਟਰ ਸਰਕਾਰ ਨੇ ਉੱਥੇ ਸਰਾਓ ਸਾਹਿਬ ਨੂੰ, ਜੱਜ ਸਾਹਿਬ ਨੂੰ ਲਾ ਦਿੱਤਾ। SGPC ਦੀ ਇਲੈਕਸ਼ਨ ਵੀ ਅਗਲੇ 8 ਮਹੀਨਿਆਂ 7 ਮਹੀਨਿਆਂ ਜਾਂ 10 ਮਹੀਨਿਆਂ 'ਚ ਹੋਣੀ ਹੈ। ਜੇ ਦਿੱਲੀ ਤੋਂ ਹਾਰਦੇ ਆ ਤੇ SGPC ਵੀ ਹਾਰਦੇ ਆ। ਜੇ SGPC ਹਾਰਦੇ ਆ ਤੇ ਫਿਰ ਇਹ ਵਿਧਾਨ ਸਭਾ ਜਿਹੜੀ 2019 ਚ ਇਹਨਾਂ ਨੇ 2017 ਚ ਹਾਰੇ ਸੀਗੇ, 2022 ਚ ਬੁਰੀ ਤਰ੍ਹਾਂ ਹਾਰਨਗੇ। ਮੈਂ ਇਹ ਸਮਝਦਾ, ਮੇਰੇ ਸਵਾਲ ਨੇ ਇਹ ਇਲੈਕਸ਼ਨ ਪ੍ਰੋਸੈਸ ਤੁਸੀਂ ਕਿਉਂ ਰੋਕ ਰਹੇ ਹੋ? 2013 ਚ ਜਦੋਂ ਅਕਾਲੀ ਦਲ ਜਿੱਤਦਾ, ਮੈਂ ਪ੍ਰਧਾਨ ਸੀ ਦਾ, ਤਦ ਵੀ ਇਹੀ ਵੋਟਰ ਲਿਸਟਾਂ ਸੀਗੀਆਂ, ਡਿਲੀਸ਼ਨ ਹੋਈਆਂ ਸੀਗੀਆਂ, ਨਵੀਆਂ ਕੁਝ ਬਣੀਆਂ ਸੀਗੀਆਂ। 2017 ਦੀਆਂ ਚੋਣਾਂ ਵੀ ਇਹਨਾਂ ਇਲੈਕਸ਼ਨਸ ਦੀ ਵੋਟਰ ਲਿਸਟਾਂ ਤੇ ਹੋਈਆਂ ਸੀ। ਅੱਜ ਮਜਬੂਰੀ ਹੈ ਕੋਵਿਡ ਦੀ, ਤੁਸੀਂ ਕਿਉਂ ਬਹਾਨਾ ਮਾਰ ਰਹੇ ਹੋ? ਸਭ ਤੋਂ ਵੱਡੀ ਗੱਲ, ਤੁਸੀਂ ਤਕਰੀਬਨ 20 ਲੱਖ ਰੁਪਇਆ ਆਪਣੇ ਸੀਨੀਅਰ ਐਡਵੋਕੇਟਸ ਨੂੰ ਦੇ ਚੁੱਕੇ ਹੋ ਸਿਰਫ ਇਸ ਕੇਸ ਵਾਸਤੇ। ਇਹ ਦਿਓ ਨਾ ਤੁਸੀਂ ਅਕਾਲੀ ਦਲ ਦੇ ਖਾਤੇ ਚੋਂ। ਗੁਰਦੁਆਰਾ ਕਮੇਟੀ ਕਿਉਂ ਪੇ ਕਰੇ ਵਕੀਲਾਂ ਨੂੰ? ਮੈਂ ਸਮਝਦਾ ਕਿ ਇਹ ਪੋਲੀਟੀਕਲ ਰੀਜ਼ਨ ਕਰਕੇ ਔਰ ਜਿਸ ਤਰੀਕੇ ਨਾਲ ਸਕੂਲਾਂ ਦੇ ਹਾਲਾਤ ਕਰ ਦਿੱਤੇ ਨੇ, ਟੀਚਰਾਂ ਨੂੰ ਤਨਖਾਹਾਂ ਦੇਣ ਜੋਗੇ ਪੈਸੇ ਨਹੀਂ ਔਰ 20 ਲੱਖ ਤੁਸੀਂ ਵਕੀਲਾਂ ਨੂੰ ਦਿੰਦੇ ਪਏ ਹੋ ਕੋਰਟ ਦੇ ਵਿੱਚ ਜਾ ਕੇ ਆਪਣੇ ਮੁਕੱਦਮੇ ਲੜਨ ਵਾਸਤੇ। ਮੈਂ ਸਮਝਦਾ ਵਾਂ ਕਿ ਇਹ ਬਹੁਤ ਵੱਡਾ ਧਰੋਹ ਦਿੱਲੀ ਦੀ ਸੰਗਤ ਨਾਲ ਕਮਾ ਰਹੇ ਨੇ। ਤੁਸੀਂ ਜੋ ਮਰਜ਼ੀ ਕਰ ਲਓ, ਲੋਕੀ ਤੁਹਾਨੂੰ ਇਸ ਵਾਰੀ ਬਾਹਰ ਦਾ ਰਸਤਾ ਦਿਖਾਣਗੇ ਔਰ ਇੱਥੋਂ ਦੀ ਪਤਨ ਸ਼ੁਰੂ ਹੋਏਗਾ, ਤੁਹਾਡਾ ਪੰਜਾਬ ਤੱਕ ਜਾਏਗਾ। सर क्या दिल्ली सरकार और जो चुनाव आयोग ਵਾਲੇ ਦਿੱਤੀਆਂ ਹੋਈਆਂ, ਮੈਂ ਸਮਝਦਾ ਕਿ ਉਹਨਾਂ ਦੀ ਗੱਲ ਛੱਡੋ, ਕਾਲਜਾਂ ਦੇ ਵਿੱਚ ਚਲੇ ਜਾਓ, ਜਿਹੜਾ 5% ਸ਼ੇਅਰ ਬਣਦਾ DGPC ਦਾ ਉਹ ਨਹੀਂ ਤੁਸੀਂ ਦੇ ਪਾ ਰਹੇ। ਸੋ ਬੜਾ ਬੁਰਾ ਹਾਲ ਹੈ। ਲੇਕਿਨ ਇਹਨਾਂ ਦੇ ਕੰਮਾਂ ਵਾਸਤੇ ਇਹ ਗੁਰਦੁਆਰਾ ਕਮੇਟੀ ਦੀ ਗੋਲਕ ਪੂਰੀ ਵਰਤਦੇ ਪਏ ਨੇ ਆਪਣੇ ਸੋਸ਼ਲ ਮੀਡੀਆ ਲਈ ਜਾਂ ਕੋਰਟ ਕਚਹਿਰੀ ਕਰਨ ਵਾਸਤੇ ਜਾਂ ਹੋਰ ਆਪਣੇ ਐਸ਼ੋ ਆਰਾਮ ਲਈ ਇਹ ਸਾਰੀ ਗੋਲਕ ਵਰਤ ਰਹੇ। ਜੀਕੇ ਸਾਹਿਬ, ਇੱਕ ਜਿਹੜਾ ਖੂਹ ਇਹਨਾਂ ਨੇ ਕਾਫੀ ਟਾਈਮ ਤੋਂ ਲੁਕਾ ਰੱਖਿਆ ਸੀ, ਇਤਿਹਾਸਕ ਖੂਹ ਨੂੰ ਅੱਜ ਇਹ ਤੋੜਨ ਜਾ ਰਹੇ ਸੀ, ਕਾਫੀ ਦਿਨ ਤੋਂ ਰੌਲਾ ਪੈ ਰਿਹਾ ਸੀ, ਉਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ? ਕਿਹੜੇ ਵਾਲੀ ਜਗ੍ਹਾ? ਜਿਹੜਾ ਰਕਾਬਗੰਜ ਸਾਹਿਬ ਦਾ। ਹਾਂਜੀ, ਜਿਹੜਾ ਰਕਾਬਗੰਜ ਸਾਹਿਬ ਜੋੜਾ ਘਰ ਪਿੱਛੇ ਇਤਿਹਾਸਕ ਖੂਹ ਰੱਖਿਆ ਗਿਆ ਸੀਗਾ, ਉਹਨੂੰ ਲੁਕਾ ਕੇ ਰੱਖਿਆ ਸੀ, ਤੇ ਹੁਣ ਜਦੋਂ ਤੋੜਨ ਜਾ ਰਹੇ ਸੀ ਕੁਝ ਸਿੰਘਾਂ ਨੇ ਉੱਥੇ ਮੋਰਚਾ ਲਾਣਾ ਸ਼ੁਰੂ ਕਰਤਾ, ਜਿਹਦੇ ਕਰਕੇ ਰੋਕ ਲੱਗ ਗਈ। ਮੈਂ ਸਮਝਦਾ ਕਿ ਜਿਹੜਾ ਖੂਹ ਉਹ ਜੇ ਪੁਰਾਤਨ ਉਸ ਨੂੰ ਕਿਹਾ ਜਾਂਦਾ ਤੇ ਉਹ ਹੈਰੀਟੇਜ ਨੂੰ ਖਤਮ ਕਰਨ ਦਾ ਕੋਈ ਮਤਲਬ ਨਹੀਂ ਹੈਗਾ। ਔਰ ਮੈਂ ਸਮਝਦਾ ਕਿ ਅਗਰ ਇਹ ਕਰ ਰਹੇ ਨੇ ਤੇ ਗਲਤ ਕਰ ਰਹੇ ਨੇ। ਮੇਰੇ ਨੋਟਿਸ 'ਚ ਤੁਸੀਂ ਲਿਆਂਦਾ, ਮੈਂ ਇਸ ਨੂੰ ਜ਼ਰੂਰ ਚੈੱਕ ਕਰਾਂਗਾ, ਕਿਉਂਕਿ ਮੈਂ ਕਵਰ ਕਰਕੇ